ਜਦੋਂ ਸਾਡੇ ਘਰ ਵਿਚੋਲਣ ਦੀ ਗੱਡੀ ਆ ਕੇ ਖੜੀ ਤਾਂ ਮੈਂ ਉਹਨੂੰ ਵੇਖ ਕੇ ਸਮਝ ਗਈ ਸੀ ਕਿ ਉਹ ਜ਼ਰੂਰ ਮੇਰੇ ਲਈ ਰਿਸ਼ਤਾ ਲੈ ਕੇ ਆਈ ਆ। ਉਹ ਵਿਚੋਲਣ ਨੇ ਸਾਡੇ ਅੱਧੇ ਪਿੰਡ ਦੇ ਰਿਸ਼ਤੇ ਕਰਵਾਏ ਸੀ ਤੇ ਮੇਰੀ ਵੱਡੀ ਭੈਣ ਨੂੰ ਵੀ ਉਹਨੇ ਹੀ ਰਿਸ਼ਤਾ ਕਰਵਾਇਆ ਸੀ। ਹੁਣ ਉਹ ਮੇਰੇ ਰਿਸ਼ਤੇ ਲਈ ਵਾਰ-ਵਾਰ ਸਾਡੇ ਘਰ ਗੇੜੇ ਮਾਰਦੀ ਸੀ। ਅਸੀਂ ਘਰ ਤੋਂ ਇੰਨੇ ਗਰੀਬ ਨਹੀਂ ਸੀ, ਨਾ ਹੀ ਬਾਲੇ ਅਮੀਰ ਸੀ, ਪਰ ਵਧੀਆ ਰੋਟੀ ਖਾਂਦੇ ਸੀ। ਵੱਡੀ ਭੈਣ ਬੜੇ ਅਮੀਰ ਘਰ ਵਿਆਹੀ ਹੋਈ ਸੀ। ਜੀਜਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਵੱਡੀ ਭੈਣ ਨੂੰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ। ਘਰ ਦੇ ਕਹਿੰਦੇ ਸੀ ਕਿ ਇਸ ਵਿਚੋਲਣ ਨੇ ਵੱਡੀ ਕੁੜੀ ਲਈ ਬੜਾ ਵਧੀਆ ਰਿਸ਼ਤਾ ਲੱਭ ਕੇ ਦਿੱਤਾ ਤੇ ਹੁਣੇ ਛੋਟੀ ਲਈ ਰਿਸ਼ਤਾ ਕਰਵਾਉਂਦੀ ਆ, ਇਹਦੇ ਹੱਥੋਂ ਹੀ ਰਿਸ਼ਤਾ ਲਵਾਂਗੇ। ਮੈਨੂੰ ਉਹ ਬੜੀ ਚਲਾਕ ਜੀ ਲੱਗਦੀ ਸੀ। ਉਹ ਬੜੀਆਂ ਵੱਡੀਆਂ ਗੱਲਾਂ ਮਾਰਦੀ ਸੀ, ਪਰ ਫਿਰ ਵੀ ਉਹ ਰਿਸ਼ਤੇ ਵਧੀਆ ਕਰਵਾਉਂਦੀ ਸੀ। ਇਸ ਕਰਕੇ ਸਾਨੂੰ ਉਹਦੇ ਤੇ ਬੜਾ ਵਿਸ਼ਵਾਸ ਸੀ। ਉਹ ਮੇਰੇ ਲਈ ਇੱਕ ਰਿਸ਼ਤਾ ਲੈ ਕੇ ਆਈ। ਮੁੰਡਾ ਖੇਤੀ ਕਰਦਾ ਸੀ, ਪਰ ਉਹਨੇ ਅਮਰੀਕਾ ਦੀ ਫਾਈਲ ਲਗਾਈ ਹੋਈ ਸੀ। ਮੁੰਡੇ ਦੀ ਇੱਕ ਭੈਣ ਸੀ ਜੋ ਪਹਿਲਾਂ ਹੀ ਵਿਆਹੀ ਹੋਈ ਸੀ ਤੇ ਮੁੰਡਾ ਇਕੱਲਾ ਹੀ ਸਾਰੀ ਜ਼ਮੀਨ ਜਾਇਦਾਦ ਦਾ ਮਾਲਕ ਸੀ। ਘਰ ਵਿੱਚ ਮੁੰਡਾ ਤੇ ਉਹਦੀ ਮਾਂ ਸੀ, ਕਿਉਂਕਿ ਪਿਓ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ। ਘਰਦਿਆਂ ਨੂੰ ਪਰਿਵਾਰ ਚੰਗਾ ਲੱਗਾ, ਮਤਲਬ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ। ਇਸ ਤਰ੍ਹਾਂ ਘਰ ਦੇ ਮੈਨੂੰ ਮਜ਼ਾਕ ਕਰਨ ਲੱਗੇ। ਮੰਮੀ ਪਾਪਾ ਮੈਨੂੰ ਵਿਚੋਲਣ ਦੇ ਸਾਹਮਣੇ ਪੁੱਛਣ ਲੱਗ ਪਏ ਕਿ ਦੱਸ ਤੈਨੂੰ ਰਿਸ਼ਤਾ ਕਿੱਦਾਂ ਲੱਗਾ। ਤਾਂ ਮੈਨੂੰ ਉਹਦੇ ਸਾਹਮਣੇ ਥੋੜੀ ਸੰਗ ਜੀ ਲੱਗੀ, ਕਿਉਂਕਿ ਉਹਦਾ ਘਰ ਵਾਲਾ ਵੀ ਉਸ ਸਮੇਂ ਨਾਲ ਹੀ ਬੈਠਾ ਸੀ। ਮੈਂ ਉੱਠ ਕੇ ਅੰਦਰ ਚਲੀ ਗਈ ਤਾਂ ਉਹ ਵਿਚੋਲਣ ਮੈਨੂੰ ਗੱਲਾਂ ਕਰਦੀ ਅੰਦਰ ਤੱਕ ਸੁਣ ਰਹੀ ਸੀ, ਕਿਉਂਕਿ ਉਹਦੀ ਆਵਾਜ਼ ਬੜੀ ਉੱਚੀ ਸੀ। ਉਹ ਮੰਮੀ ਪਾਪਾ ਨੂੰ ਕਹਿਣ ਲੱਗੀ ਕਿ ਤੁਹਾਡੀ ਕੁੜੀ ਤਾਂ ਬੜੀ ਸ਼ਰਮੀਲੀ ਆ, ਨਹੀਂ ਤਾਂ ਅੱਜ ਕੱਲ ਕੁੜੀਆਂ ਇੰਨਾ ਕਿੱਥੇ ਸੰਗਦੀਆਂ ਨੇ, ਵੇਖ ਲੈ ਇਹਨੂੰ ਕਿੰਨੀ ਸ਼ਰਮ ਆ। ਉੱਠ ਕੇ ਅੰਦਰ ਚਲੀ ਗਈ। ਅੰਦਰ ਮੰਮੀ ਮੇਰੇ ਪਿੱਛੇ ਆ ਗਈ ਤੇ ਮੈਨੂੰ ਪੁੱਛਣ ਲੱਗੀ ਕਿ ਦੱਸ ਪੁੱਤ ਇਹਨੂੰ ਹੁਣ ਕੀ ਕਹੀਏ, ਰਿਸ਼ਤਾ ਤੈਨੂੰ ਕਿਵੇਂ ਲੱਗਾ। ਤਾਂ ਮੈਂ ਕਿਹਾ ਮੰਮੀ ਤੁਸੀਂ ਇਹਨਾਂ ਨੂੰ ਕਹਿ ਦੇਵੋ ਕਿ ਅਸੀਂ ਸਲਾਹ ਕਰਕੇ ਦੱਸਾਂਗੇ। ਹੁਣ ਆਪਾਂ ਕੱਲਿਆਂ ਨੇ ਥੋੜੀ ਸਲਾਹ ਕਰਨੀ ਆ, ਭੈਣ ਤੇ ਜੀਜੇ ਨਾਲ ਵੀ ਤਾਂ ਸਲਾਹ ਕਰਨੀ ਪੈਣੀ ਆ। ਆਪਾਂ ਠੰਡੇ ਦਿਮਾਗ ਨਾਲ ਸੋਚਾਂਗੇ, ਫਿਰ ਇਹਨਾਂ ਨੂੰ ਦੱਸ ਦੇਵਾਂਗੇ। ਆਪਾਂ ਨੂੰ ਇੰਨੀ ਕਾਹਦੀ ਕਾਹਲੀ ਆ। ਤਾਂ ਮੰਮੀ ਨੇ ਬਾਹਰ ਜਾ ਕੇ ਵਿਚੋਲੇ ਨੂੰ ਇਦਾਂ ਕਹਿ ਦਿੱਤਾ ਕਿ ਅਸੀਂ ਆਪਣੀ ਵੱਡੀ ਕੁੜੀ ਤੇ ਪ੍ਰਾਹੁਣੇ ਨਾਲ ਰਾਏ ਕਰਕੇ ਤੁਹਾਨੂੰ ਫਿਰ ਦੱਸਾਂਗੇ। ਉਹ ਵਿਚੋਲਣ ਬੜੀ ਕਾਹਲੀ ਜਿਹੀ ਕਰ ਰਹੀ ਸੀ। ਮੰਮੀ ਨੇ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਫੋਨ ਕਰ ਦੇਵਾਂਗੇ, ਫਿਰ ਆਪਾਂ ਰਿਸ਼ਤਾ ਵੇਖ ਲਵਾਂਗੇ, ਪਰ ਅਜੇ ਅਸੀਂ ਸਾਰਿਆਂ ਨਾਲ ਸਲਾਹ ਕਰ ਲਈਏ। ਹੁਣ ਵਿਚੋਲਣ ਤੇ ਵਿਚੋਲਾ ਸਾਡੇ ਘਰੋਂ ਚਲੇ ਗਏ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੰਮੀ ਮੇਰੇ ਨਾਲ ਗੱਲਾਂ ਕਰ ਰਹੀ ਸੀ। ਮੈਂ ਤੇ ਮੰਮੀ ਰਸੋਈ ਵਿੱਚ ਨਾਲੇ ਕੰਮ ਕਰ ਰਹੀਆਂ ਸੀ ਤੇ ਨਾਲੇ ਅਸੀਂ ਰਿਸ਼ਤੇ ਬਾਰੇ ਗੱਲਾਂ ਕਰ ਰਹੀਆਂ ਸੀ। ਇੰਨੇ ਟਾਈਮ ਤੱਕ ਪਾਪਾ ਵੀ ਰੋਟੀ ਖਾਣ ਲਈ ਮੰਜੇ ਤੇ ਬੈਠ ਗਏ ਤੇ ਪਾਪਾ ਕਹਿਣ ਲੱਗੇ ਤੁਸੀਂ ਕੀ ਸਲਾਹ ਕਰੀ ਜਾਂਦੀ ਆ, ਮੈਨੂੰ ਵੀ ਕੁਝ ਦੱਸੋ। ਤਾਂ ਮੰਮੀ ਕਹਿਣ ਲੱਗੀ ਕਿ ਮੈਂ ਤਾਂ ਕੁੜੀ ਨਾਲ ਬਸ ਇਹੀ ਗੱਲਾਂ ਕਰਦੀ ਸੀ ਕਿ ਮੈਨੂੰ ਤਾਂ ਰਿਸ਼ਤਾ ਚੰਗਾ ਲੱਗਦਾ ਆ। ਤਾਂ ਪਾਪਾ ਮੈਨੂੰ ਕਹਿਣ ਲੱਗੇ ਰਿੰਪੀ ਪੁੱਤਰ ਇੱਧਰ ਆ, ਮੇਰੇ ਕੋਲ ਬੈਠ ਤੇ ਮੇਰੀ ਗੱਲ ਸੁਣ। ਤੇ ਪਾਪਾ ਮੈਨੂੰ ਕਹਿਣ ਲੱਗੇ ਦੇਖ ਪੁੱਤ, ਜੇ ਅੱਜ ਤੇਰਾ ਵੀ ਭਰਾ ਹੁੰਦਾ ਆਪਾਂ ਨੂੰ ਤੇਰਾ ਵਿਆਹ ਕਰਨ ਦੀ ਕੋਈ ਕਾਹਲੀ ਨਹੀਂ ਸੀ। ਚਾਹੇ ਮੈਨੂੰ ਕੁਝ ਹੋ ਵੀ ਜਾਂਦਾ, ਆਪੇ ਤੇਰਾ ਭਰਾ ਤੇਰੇ ਸਿਰ ਤੇ ਹੈਗਾ ਸੀ। ਹੁਣ ਤੈਨੂੰ ਪਤਾ ਕਿ ਤੇਰਾ ਭਰਾ ਨਹੀਂ ਆ ਤੇ ਸਾਰੀ ਜ਼ਿੰਮੇਵਾਰੀ ਮੇਰੀ ਹੀ ਆ। ਇਸ ਕਰਕੇ ਮੈਂ ਚਾਹੁੰਦਾ ਕਿ ਮੈਂ ਆਪਣੇ ਹੱਥੀਂ ਸਭ ਕੁਝ ਕਰ ਜਾਵਾਂ। ਕੱਲ ਨੂੰ ਕੀ ਪਤਾ ਕਦੋਂ ਰੱਬ ਨੇ ਲੈ ਜਾਣਾ। ਤਾਂ ਮੈਂ ਪਾਪਾ ਨੂੰ ਕਿਹਾ ਕਿ ਇਦਾਂ ਦੀਆਂ ਗੱਲਾਂ ਨਾ ਕਰੋ। ਤਾਂ ਪਾਪਾ ਕਹਿਣ ਲੱਗੇ ਤੈਨੂੰ ਪਤਾ ਪੁੱਤ ਮੈਂ ਤਾਂ ਪਹਿਲਾਂ ਹੀ ਬਿਮਾਰ ਰਹਿਣਾ, ਮੇਰੀ ਦਵਾਈ ਚੱਲਦੀ ਆ। ਬਾਕੀ ਜਿਵੇਂ ਤੂੰ ਖੁਸ਼ ਆ ਉਦਾਂ ਦੱਸ ਦੇਵੀਂ। ਮੈਂ ਤੇਰੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰੀ ਉਮਰ ਇੰਨੀ ਜ਼ਿਆਦਾ ਨਹੀਂ ਸੀ। ਇਸ ਕਰਕੇ ਪਾਪਾ ਮੇਰੇ ਕੋਲੋਂ ਵਾਰ-ਵਾਰ ਇਹ ਗੱਲ ਪੁੱਛ ਰਹੇ ਸੀ ਕਿ ਤੂੰ ਵਿਆਹ ਲਈ ਤਿਆਰ ਵੀ ਆ ਜਾਂ ਨਹੀਂ। ਮੈਂ ਪਾਪਾ ਨੂੰ ਕਿਹਾ ਕਿ ਤੁਸੀਂ ਜੋ ਫੈਸਲਾ ਮੇਰੇ ਲਈ ਲਓਗੇ ਉਹ ਠੀਕ ਹੀ ਹੋਊਗਾ, ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਆ। ਇਸ ਕਰਕੇ ਤੁਸੀਂ ਆਪ ਦੇਖ ਪਰਖ ਕੇ ਰਿਸ਼ਤਾ ਕਰ ਲਵੋ। ਇੰਨੀ ਗੱਲ ਕਹਿ ਕੇ ਮੈਂ ਉੱਠ ਕੇ ਅੰਦਰ ਚਲੀ ਗਈ, ਕਿਉਂਕਿ ਮੈਂ ਆਪਣੇ ਪਿਓ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਆਪਣੇ ਵਿਆਹ ਦੀ ਗੱਲ ਨਹੀਂ ਕਰ ਸਕਦੀ ਸੀ। ਮੇਰੇ ਅੰਦਰ ਜਾਣ ਤੋਂ ਬਾਅਦ ਮੰਮੀ ਪਾਪਾ ਆਪਸ ਵਿੱਚ ਗੱਲਾਂ ਕਰਦੇ ਰਹੇ ਤੇ ਅਗਲੇ ਦਿਨ ਮੇਰੀ ਭੈਣ ਤੇ ਜੀਜੇ ਨੂੰ ਵੀ ਬੁਲਾ ਲਿਆ ਸੀ। ਉਹਨਾਂ ਨਾਲ ਵੀ ਸਲਾਹ ਕਰ ਲਈ ਸੀ। ਜੀਜਾ ਤੇ ਡੈਡੀ ਜਾ ਕੇ ਮੁੰਡੇ ਦਾ ਘਰ-ਬਾਰ ਵੇਖ ਆਏ ਸੀ ਤੇ ਉਹਨਾਂ ਨੂੰ ਘਰ-ਬਾਰ ਬਹੁਤ ਵਧੀਆ ਲੱਗਾ ਤੇ ਮੁੰਡਾ ਵੀ ਸੋਹਣਾ ਲੱਗਾ। ਜੀਜਾ ਕਹਿਣ ਲੱਗਾ ਕਿ ਇਹ ਵੱਡੀ ਗੱਲ ਆ ਕਿ ਘਰ ਵਿੱਚ ਮਾਂ ਪੋਤੀ ਨੇ, ਕੋਈ ਲੰਬੀ ਚੌੜੀ ਫੈਮਿਲੀ ਨਹੀਂ ਆ। ਫਿਰ ਘਰਦਿਆਂ ਨੂੰ ਜਲਦੀ ਹੋ ਗਈ
ਕਿ ਜਲਦੀ ਜਲਦੀ ਰਿਸ਼ਤਾ ਪੱਕਾ ਕਰ ਦਈਏ। ਮੁੰਡਾ ਤਾਂ ਘਰਦਿਆਂ ਨੇ ਪਹਿਲਾਂ ਹੀ ਵੇਖ ਲਿਆ ਸੀ ਤੇ ਮੈਨੂੰ ਵੀ ਮੁੰਡੇ ਦੀ ਫੋਟੋ ਵਿਖਾ ਦਿੱਤੀ ਸੀ ਤੇ ਮੁੰਡੇ ਨੂੰ ਵੀ ਮੇਰੀ ਫੋਟੋ ਵਿਖਾ ਦਿੱਤੀ ਸੀ। ਮੈਨੂੰ ਤਾਂ ਮੁੰਡਾ ਪਸੰਦ ਸੀ ਤੇ ਮੁੰਡੇ ਨੇ ਵੀ ਮੈਨੂੰ ਪਸੰਦ ਕਰ ਲਿਆ ਸੀ। ਹੁਣ ਮੇਰੀ ਭੈਣ ਦੇ ਘਰ ਸਾਡਾ ਰਿਸ਼ਤਾ ਪੱਕਾ ਹੋ ਗਿਆ ਸੀ। ਮੇਰੀ ਵਿਚੋਲਣ ਬੜੀ ਖੁਸ਼ ਸੀ। ਉਹ ਮੈਨੂੰ ਕਹਿ ਰਹੀ ਸੀ ਕਿ ਦੇਖੀ ਤੂੰ ਰਾਜ ਕਰੇਂਗੀ ਤੇ ਮੈਨੂੰ ਯਾਦ ਕਰੇਂਗੀ। 15 ਦਿਨਾਂ ਦੇ ਵਿੱਚ ਹੀ ਸਾਡਾ ਵਿਆਹ ਹੋ ਗਿਆ ਸੀ, ਕਿਉਂਕਿ ਮੁੰਡੇ ਵਾਲੇ ਵਿਆਹ ਦੀ ਬੜੀ ਕਾਹਲੀ ਕਰਦੇ ਸੀ। ਕਿਉਂਕਿ ਮੁੰਡੇ ਦੀ ਮਾਂ ਕਹਿੰਦੀ ਸੀ ਕਿ ਮੈਂ ਥੋੜੀ ਬਿਮਾਰ ਰਹਿਨੀ ਆ, ਇਸ ਕਰਕੇ ਮੈਂ ਚਾਹੁੰਦੀ ਆ ਕਿ ਮੈਂ ਜਲਦੀ ਤੋਂ ਜਲਦੀ ਇਹਦਾ ਵਿਆਹ ਕਰ ਦੇਵਾਂ। ਘਰ ਦੇ ਤਾਂ ਚਾਹੁੰਦੇ ਸੀ ਕਿ ਸਾਡੇ ਵਿਆਹ ਵਿੱਚ 6 ਮਹੀਨੇ ਦਾ ਗੈਪ ਪੈ ਜਾਵੇ ਤਾਂ ਕਿ ਮੁੰਡਾ ਕੁੜੀ ਫੋਨ ਤੇ ਗੱਲ ਕਰ ਲਿਆ ਕਰਨਗੇ ਤੇ ਇੱਕ ਦੂਜੇ ਦਾ ਸੁਭਾਅ ਜਾਣ ਲੈਣਗੇ। ਪਰ ਮੇਰੀ ਸੱਸ ਨੂੰ ਵਿਆਹ ਦੀ ਕੋਈ ਜ਼ਿਆਦਾ ਹੀ ਕਾਹਲੀ ਸੀ। ਮੈਨੂੰ ਬਸ ਇਹੀ ਡਰ ਲੱਗਾ ਰਹਿੰਦਾ ਸੀ ਕਿ ਮੇਰੇ ਵਿਆਹ ਤੋਂ ਬਾਅਦ ਮੰਮੀ ਪਾਪਾ ਇਕੱਲੇ ਰਹਿ ਜਾਣਗੇ ਤੇ ਉਹਨਾਂ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੋਊਗਾ। ਜੇ ਮੇਰਾ ਭਰਾ ਹੁੰਦਾ ਤਾਂ ਕਿੰਨਾ ਚੰਗਾ ਸੀ, ਸਾਨੂੰ ਉਹਨਾਂ ਦਾ ਫਿਕਰ ਨਾ ਹੁੰਦਾ। ਮੇਰਾ ਵੱਡਾ ਜੀਜਾ ਬੜਾ ਚੰਗਾ ਸੀ। ਉਹ ਹਮੇਸ਼ਾ ਮੰਮੀ ਪਾਪਾ ਨੂੰ ਕਹਿੰਦਾ ਸੀ ਕਿ ਜਦੋਂ ਵੀ ਤੁਹਾਨੂੰ ਲੋੜ ਹੋਵੇ ਮੈਨੂੰ ਦੱਸ ਦਿਆ ਕਰੋ, ਮੈਂ ਹਮੇਸ਼ਾ ਤੁਹਾਡੇ ਨਾਲ ਆ, ਮੈਂ ਉਦੋਂ ਹੀ ਆ ਜਾਇਆ ਕਰੂੰਗਾ। ਜਦੋਂ ਮੰਮੀ ਪਾਪਾ ਨੂੰ ਦਵਾਈ ਲੈ ਕੇ ਆਉਣੀ ਹੁੰਦੀ ਸੀ ਤਾਂ ਜੀਜਾ ਜੀ ਉਦੋਂ ਹੀ ਗੱਡੀ ਭੇਜ ਦਿੰਦੇ ਸੀ ਤੇ ਡਰਾਈਵਰ ਨੂੰ ਨਾਲ ਭੇਜ ਦਿੰਦੇ ਸੀ। ਉਹ ਘਰ ਤੋਂ ਲੈ ਕੇ ਜਾਂਦੇ ਸੀ ਤੇ ਘਰ ਹੀ ਛੱਡ ਕੇ ਜਾਂਦੇ ਸੀ ਤੇ ਕਦੇ-ਕਦੇ ਜੀਜਾ ਜੀ ਆਪ ਵੀ ਨਾਲ ਚਲੇ ਜਾਂਦੇ ਸੀ। ਇਸ ਤਰ੍ਹਾਂ ਮੰਮੀ ਪਾਪਾ ਦੀ ਬੜੀ ਮਦਦ ਕਰਦੇ ਸੀ। ਮੰਮੀ ਪਾਪਾ ਹਮੇਸ਼ਾ ਕਹਿੰਦੇ ਸੀ ਕਿ ਸਾਡਾ ਛੋਟਾ ਜਵਾਈ ਵੀ ਸਾਡੇ ਵੱਡੇ ਜਵਾਈ ਵਾਂਗ ਹੀ ਹੋਵੇ ਤਾਂ ਕਿ ਸਾਡਾ ਸਭ ਦਾ ਪਿਆਰ ਬਣਿਆ ਰਹੇ। ਪਰ ਇਹ ਤਾਂ ਹੁਣ ਵਰਤ ਕੇ ਹੀ ਪਤਾ ਲੱਗਣਾ ਸੀ ਕਿ ਉਹਦਾ ਸੁਭਾਅ ਕਿੱਦਾਂ ਦਾ। ਮੇਰਾ ਨਵਾਂ ਵਿਆਹ ਹੋਇਆ ਸੀ, ਮੈਂ ਆਪਣੇ ਸਹੁਰੇ ਘਰ ਚਲੀ ਗਈ ਸੀ। ਸਹੁਰੇ ਘਰ ਜਾ ਕੇ ਵੇਖਿਆ ਤਾਂ ਘਰ ਬੜਾ ਸੋਹਣਾ ਸੀ, ਬੜਾ ਲੰਬਾ ਘਰ ਸੀ। ਸਹੁਰਿਆਂ ਦਾ ਘਰ ਚੜਾਈ 'ਚ ਘੱਟ ਤੇ ਲੰਬਾਈ 'ਚ ਜ਼ਿਆਦਾ ਸੀ, ਪਰ ਕਾਫੀ ਵੱਡਾ ਘਰ ਸੀ। ਮੇਰੀ ਸੱਸ ਮੇਰੇ ਨਾਲ ਬੜਾ ਨਰਮੀ ਨਾਲ ਪੇਸ਼ ਆਉਂਦੀ ਸੀ। ਮੈਂ ਇਸ ਗੱਲ ਤੋਂ ਖੁਸ਼ ਸੀ ਕਿ ਸੱਸ ਚੰਗੀ ਆ, ਕਿਉਂਕਿ ਹਰ ਇੱਕ ਕੁੜੀ ਕਹਿੰਦੀ ਸੀ ਕਿ ਸਾਨੂੰ ਚੰਗੀ ਸੱਸ ਨਹੀਂ ਮਿਲੀ, ਪਰ ਮੈਨੂੰ ਲੱਗਦਾ ਸੀ ਕਿ ਮੇਰੀ ਸੱਸ ਚੰਗੀ ਆ। ਪਰ ਫਿਰ ਸੋਚਦੀ ਸੀ ਕਿ ਅਜੇ ਤਾਂ ਮੈਂ ਨਵੀਂ ਆ, ਅਜੇ ਤਾਂ ਅੱਗੇ ਜਾ ਕੇ ਪਤਾ ਲੱਗੂ ਕਿ ਕਿੱਦਾਂ ਦੀ ਆ। ਇਸ ਤਰ੍ਹਾਂ ਹੀ ਮੈਂ ਆਪਣੇ ਮਨ ਨਾਲ ਗੱਲਾਂ ਕਰਦੀ ਰਹਿੰਦੀ ਸੀ। ਇੱਕ ਦਿਨ ਮੈਂ ਆਪਣੀ ਸੱਸ ਨੂੰ ਕਿਹਾ ਕਿ ਹੁਣ ਤੁਸੀਂ ਕੰਮ ਨਾ ਕਰਿਆ ਕਰੋ, ਮੈਂ ਆਪੇ ਕੰਮ ਕਰ ਲਿਆ ਕਰੂੰਗੀ। ਤਾਂ ਉਹ ਮੈਨੂੰ ਕਹਿਣ ਲੱਗੀ ਕੋਈ ਗੱਲ ਨਹੀਂ ਧੀਏ, ਤੂੰ ਤਾਂ ਸਾਰੀ ਉਮਰ ਕੰਮ ਕਰਨਾ, ਹੁਣ ਥੋੜੇ ਦਿਨ ਮੈਨੂੰ ਹੋਰ ਕੰਮ ਕਰ ਲੈਣ ਦੇ। ਮੇਰੀ ਸੱਸ ਸਾਰਾ ਦਿਨ ਆਪ ਹੀ ਕੰਮ ਕਰਦੀ ਰਹਿੰਦੀ ਸੀ। ਉਹ ਮੈਨੂੰ ਕਹਿੰਦੀ ਸੀ ਕਿ ਜਦੋਂ ਤੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਉਦੋਂ ਤੈਨੂੰ ਕੰਮ ਲਾਉਂਗੀ। ਉਹ ਮੈਨੂੰ ਤੇ ਮੇਰੇ ਘਰ ਵਾਲੇ ਦਲਜੀਤ ਨੂੰ ਕਿਤੇ ਨਾ ਕਿਤੇ ਭੇਜ ਦਿੰਦੀ ਸੀ ਕਿ ਤੁਸੀਂ ਕਿਤੇ ਮੱਥਾ ਟੇਕ ਆਓ ਜਾਂ ਫਿਰ ਤੁਸੀਂ ਬਾਜ਼ਾਰ ਵਿੱਚ ਘੁੰਮਾਓ। ਮੈਨੂੰ ਬਾਜ਼ਾਰ ਵਿੱਚ ਘੁੰਮਣ ਦਾ ਬੜਾ ਮਜ਼ਾ ਆਉਂਦਾ ਸੀ ਤੇ ਕਦੇ-ਕਦੇ ਅਸੀਂ ਮੱਥਾ ਟੇਕਣ ਵੀ ਚਲੇ ਜਾਂਦੇ ਸੀ। ਇਸ ਤਰ੍ਹਾਂ ਸਾਡਾ ਟਾਈਮ ਪਾਸ ਬਹੁਤ ਵਧੀਆ ਹੋ ਰਿਹਾ ਸੀ। ਤੇ ਜਦੋਂ 1 ਮਹੀਨਾ ਮੇਰੇ ਵਿਆਹ ਨੂੰ ਹੋ ਗਿਆ ਤਾਂ ਮੈਂ ਆਪਣੇ ਪੇਕੇ ਘਰ ਰਹਿਣ ਲਈ ਚਲੀ ਗਈ। ਉੱਥੇ ਮੰਮੀ ਪਾਪਾ ਰਾਤ ਨੂੰ ਮੇਰੇ ਕੋਲੋਂ ਬੜੀ ਬੇਸਬਰੀ ਨਾਲ ਇੱਕੋ ਗੱਲ ਪੁੱਛ ਰਹੇ ਸੀ ਕਿ ਪੁੱਤ ਇਹ ਦੱਸ ਤੇਰੀ ਸੱਸ ਦਾ ਸੁਭਾਅ ਕਿੱਦਾਂ ਦਾ। ਤਾਂ ਮੈਂ ਹੱਸਣ ਲੱਗ ਪਈ ਕਿ ਸਾਰੀਆਂ ਸੱਸਾਂ ਦੇ ਸੁਭਾਅ ਚੰਗੇ ਨਹੀਂ ਹੁੰਦੇ, ਪਰ ਪਤਾ ਨਹੀਂ ਕਿਵੇਂ ਕਰਮਾਂ ਨਾਲ ਮੈਨੂੰ ਚੰਗੀ ਸੱਸ ਮਿਲ ਗਈ। ਉਹਨੇ ਤਾਂ ਅਜੇ ਤੱਕ ਮੈਨੂੰ ਕੰਮ ਵੀ ਨਹੀਂ ਲਗਾਇਆ। ਤਾਂ ਮੰਮੀ ਮੈਨੂੰ ਕਹਿਣ ਲੱਗੀ ਪੁੱਤ ਕੰਮ ਨਾਲ ਕੋਈ ਘਾਸ ਨਹੀਂ ਜਾਂਦਾ, ਹੁਣ ਤੂੰ ਜਾ ਕੇ ਕੰਮ ਲੱਗ ਜਾਵੀਂ, ਕਿਉਂਕਿ ਉਹਦੀ ਹੁਣ ਕੰਮ ਕਰਨ ਦੀ ਉਮਰ ਨਹੀਂ, ਹੁਣ ਤੂੰ ਆਪੇ ਸਾਰਾ ਕੰਮ ਆਪ ਸੰਭੀ। ਮੈਂ ਕਿਹਾ ਠੀਕ ਆ ਮੰਮੀ। ਥੋੜੇ ਦਿਨਾਂ ਬਾਅਦ ਮੈਨੂੰ ਦਲਜੀਤ ਆ ਕੇ ਲੈ ਗਏ। ਦਲਜੀਤ ਘੱਟ ਹੀ ਬੋਲਦੇ ਸੀ, ਉਹਨਾਂ ਦਾ ਸੁਭਾਅ ਜ਼ਿਆਦਾ ਬੋਲਣ ਵਾਲਾ ਨਹੀਂ ਸੀ। ਮੇਰਾ ਜੀਜਾ ਤਾਂ ਮੰਮੀ ਪਾਪਾ ਨਾਲ ਕਾਫੀ ਗੱਲਾਂ ਬਾਤਾਂ ਕਰਦਾ ਸੀ, ਪਰ ਦਲਜੀਤ ਚੁੱਪ ਰਹਿੰਦੇ ਸੀ। ਸ਼ਾਇਦ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਸੀ। ਉਹ ਆਪਣੇ ਘਰ 'ਚ ਵੀ ਘੱਟ ਹੀ ਬੋਲਦੇ ਸੀ। ਆਪਣੇ ਸਹੁਰੇ ਘਰ ਆਉਣ ਤੋਂ ਬਾਅਦ ਮੈਂ ਵੇਖਿਆ ਕਿ ਸਾਰਾ ਘਰ ਮੇਰੀ ਸੱਸ ਨੇ ਬੜਾ ਚਮਕਾਇਆ ਹੋਇਆ ਸੀ, ਜਿਵੇਂ ਕਿ ਉਹਨੇ ਸਫਾਈ ਕਰੀ ਹੋਵੇ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਘਰ ਬੜਾ ਚਮਕ ਰਿਹਾ, ਤੁਸੀਂ ਸਫਾਈ ਕਰੀ ਸੀ? ਤਾਂ ਉਹ ਹੱਸਣ ਲੱਗ ਪਈ ਤੇ ਕਹਿਣ ਲੱਗੀ ਹਾਂ ਪੁੱਤ, ਮੈਂ ਸੋਚਿਆ ਕਿ ਤੇਰੇ ਆਉਣ ਤੋਂ ਪਹਿਲਾਂ ਮੈਂ ਸਾਰਾ ਘਰ ਸਾਫ਼ ਕਰ ਦੇਵਾਂ ਤਾਂ ਕਿ ਤੈਨੂੰ ਸਫਾਈ ਨਾ ਕਰਨੀ ਪਵੇ। ਮੈਨੂੰ ਬੜਾ ਵਧੀਆ ਲੱਗਾ ਕਿ ਉਹ ਮੇਰੇ ਬਾਰੇ ਇੰਨਾ ਸੋਚਦੀ ਆ। ਫਿਰ ਮੈਂ ਵੀ ਕਹਿ ਦਿੱਤਾ ਕਿ ਮੰਮੀ ਹੁਣ ਤੁਸੀਂ ਕੋਈ ਕੰਮ ਨਹੀਂ ਕਰਨਾ, ਮੈਂ ਆਪੇ ਸਾਰਾ ਕੰਮ ਕਰ ਲਿਆ ਕਰੂੰਗੀ। ਇਸ ਗੱਲ ਤੋਂ ਦਲਜੀਤ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਤੁਹਾਡੀ ਨੂੰਹ ਸੱਸ ਦੀ ਜੋੜੀ ਇਦਾਂ ਹੀ ਬਣੀ ਰਹੇ, ਕਿਸੇ ਦੀ ਨਜ਼ਰ ਨਾ ਲੱਗ ਜਾਵੇ, ਕਿਉਂਕਿ ਸੱਸ ਨੂੰ ਤਾਂ ਇੱਕ ਦੂਜੇ ਦੀਆਂ ਵੈਰ ਨਾ ਹੁੰਦੀਆਂ ਨੇ। ਇਸ ਤਰ੍ਹਾਂ ਸਾਨੂੰ ਮਜ਼ਾਕ ਕਰਨ ਲੱਗ ਪਏ।
ਹੁਣ ਅਗਲੇ ਦਿਨ ਤੋਂ ਮੈਂ ਸਾਰੇ ਘਰ ਦੀ ਜ਼ਿੰਮੇਵਾਰੀ ਸਾਂਭ ਲਈ ਸੀ। ਮੈਂ ਘਰ ਦੇ ਸਾਰੇ ਕੰਮ ਕਰਨ ਲੱਗ ਪਈ ਸੀ। ਜਦੋਂ ਮੈਂ ਕੱਪੜੇ ਧੋ ਰਹੀ ਸੀ ਤਾਂ ਮੈਨੂੰ ਇੱਕ ਅਜੀਬ ਜਿਹੀ ਚੀਜ਼ ਕੱਪੜਿਆਂ ਵਿੱਚੋਂ ਮਿਲੀ। ਦਲਜੀਤ ਦੀ ਸ਼ਰਟ ਵਿੱਚੋਂ ਮੈਨੂੰ ਇੱਕ ਪੁੜੀ ਮਿਲੀ ਤੇ ਮੈਂ ਖੋਲ ਕੇ ਵੇਖੀ ਤਾਂ ਮੈਨੂੰ ਲੱਗਿਆ ਕਿ ਉਹ ਕੋਈ ਨਸ਼ੇ ਦੀ ਪੁੜੀ ਹੋਊਗੀ। ਤਾਂ ਮੈਂ ਆਪਣੀ ਸੱਸ ਨੂੰ ਦੱਸਿਆ ਕਿ ਆਹ ਪੁੜੀ ਦਲਜੀਤ ਦੀ ਜੇਬ ਵਿੱਚੋਂ ਨਿਕਲੀ, ਇਹ ਕਾਹਦੀ ਪੁੜੀ ਆ, ਕਿਉਂਕਿ ਮੈਨੂੰ ਉਹ ਚੀਜ਼ ਦਾ ਨਹੀਂ ਪਤਾ ਸੀ। ਤਾਂ ਮੇਰੀ ਸੱਸ ਨੇ ਜਲਦੀ ਉਹ ਪੁੜੀ ਮੇਰੇ ਕੋਲੋਂ ਫੜ ਲਈ ਤੇ ਕਹਿਣ ਲੱਗੀ, ਇਹ ਤਾਂ ਪੁੱਤ ਮੇਰੀ ਦਵਾਈ ਵਾਲੀ ਪੁੜੀ ਆ। ਪਰ ਮੈਨੂੰ ਕੋਈ ਦਵਾਈ ਨਹੀਂ ਲੱਗ ਰਹੀ ਸੀ, ਮੈਨੂੰ ਤਾਂ ਉਹ ਕੁਝ ਹੋਰ ਹੀ ਲੱਗ ਰਿਹਾ ਸੀ। ਤਾਂ ਮੈਂ ਕਿਹਾ, ਮੰਮੀ ਤੁਹਾਡੀ ਦਵਾਈ ਉਹਨਾਂ ਦੀ ਜੇਬ ਵਿੱਚ ਕੀ ਕਰਦੀ ਆ? ਤਾਂ ਮੇਰੀ ਸੱਸ ਕਹਿਣ ਲੱਗੀ, ਮੇਰਾ ਦਿਮਾਗ ਇਦਾਂ ਦਾ ਹੀ ਆ, ਮੈਂ ਹੀ ਬਸ ਭੁੱਲ ਭੁਲੇਖੇ ਵਿੱਚ ਉਹਦੀ ਜੇਬ 'ਚ ਦਵਾਈ ਪਾ ਦਿੱਤੀ ਹੋਣੀ ਆ। ਪਰ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਹੋ ਸਕਦਾ। ਮੈਂ ਦੁਬਾਰਾ ਫਿਰ ਮੰਮੀ ਨੂੰ ਕਿਹਾ ਕਿ ਇਹ ਤੁਹਾਡੀ ਦਵਾਈ ਨਹੀਂ ਹੋਣੀ, ਤੁਸੀਂ ਗੌਰ ਨਾਲ ਵੇਖੋ। ਪਰ ਮੰਮੀ ਨਹੀਂ ਮੰਨ ਰਹੀ ਸੀ, ਉਹ ਕਹਿਣ ਲੱਗੀ ਕਿ ਮੇਰੀ ਹੀ ਦਵਾਈ ਆ। ਤਾਂ ਮੈਂ ਕਿਹਾ ਠੀਕ ਆ, ਮੈਂ ਅੱਗੋਂ ਕੋਈ ਸਵਾਲ ਨਾ ਕੀਤਾ। ਫਿਰ ਮੈਂ ਆਪਣੇ ਕੱਪੜੇ ਧੋ ਕੇ ਰੋਟੀ ਬਣਾਈ ਤੇ ਸਾਰੇ ਕੰਮ ਕਰਕੇ ਰਾਤ ਨੂੰ ਦਲਜੀਤ ਕੋਲ ਬੈਠੀ। ਤਾਂ ਮੈਂ ਦਲਜੀਤ ਨੂੰ ਪੁੱਛਿਆ ਕਿ ਤੁਹਾਡੀ ਜੇਬ ਵਿੱਚੋਂ ਇੱਕ ਪੁੜੀ ਨਿਕਲੀ ਸੀ ਤੇ ਮੰਮੀ ਕਹਿਣ ਲੱਗੀ ਕਿ ਉਹ ਮੇਰੀ ਦਵਾਈ ਵਾਲੀ ਪੁੜੀ ਆ। ਤਾਂ ਦਲਜੀਤ ਦਾ ਇਹ ਗੱਲ ਸੁਣ ਕੇ ਰੰਗ ਜਿਹਾ ਉੱਡ ਗਿਆ ਤੇ ਕਹਿਣ ਲੱਗੇ, ਹਾਂ ਫਿਰ ਜੇ ਮੰਮੀ ਕਹਿ ਰਹੀ ਸੀ ਕਿ ਉਹਨਾਂ ਦੀ ਦਵਾਈ ਆ ਤਾਂ ਮੰਮੀ ਦੀ ਹੀ ਦਵਾਈ ਹੋਣੀ ਆ। ਪਰ ਮੇਰੇ ਦਿਲ ਵਿੱਚ ਇਹ ਵਹਿਮ ਸੀ, ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਸੀ ਕਿ ਮੰਮੀ ਨੇ ਮੈਨੂੰ ਝੂਠ ਬੋਲਿਆ। ਫਿਰ ਮੈਂ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਤੇ ਥੋੜਾ ਚਿਰ ਬਾਅਦ ਫਿਰ ਇਹੀ ਪੁੜੀ ਮੈਨੂੰ ਦਲਜੀਤ ਦੇ ਕੱਪੜਿਆਂ ਵਾਲੀ ਅਲਮਾਰੀ ਦੇ ਵਿੱਚੋਂ ਮਿਲੀ, ਜੋ ਕਿ ਕੱਪੜਿਆਂ ਦੇ ਬਿਲਕੁਲ ਥੱਲੇ ਰੱਖੀ ਹੋਈ ਸੀ। ਉੱਥੇ ਇੱਕ ਨਹੀਂ ਬਲਕਿ 2-3 ਪੁੜੀਆਂ ਪਈਆਂ ਸੀ। ਮੈਂ ਵੇਖ ਕੇ ਹੈਰਾਨ ਰਹਿ ਗਈ ਤੇ ਜਦੋਂ ਮੈਂ ਪੁੜੀ ਖੋਲੀ ਤਾਂ ਸੇਮ ਉਹੀ ਪੁੜੀ ਸੀ ਜੋ ਉਸ ਦਿਨ ਮੰਮੀ ਨੇ ਮੇਰੇ ਕੋਲੋਂ ਫੜ ਲਈ ਸੀ। ਮੇਰਾ ਤਾਂ ਉੱਥੇ ਹੀ ਦਿਲ ਟੁੱਟ ਗਿਆ। ਮੈਨੂੰ ਲੱਗ ਰਿਹਾ ਸੀ ਕਿ ਦਲਜੀਤ ਨਸ਼ਾ ਕਰਦੇ ਨੇ, ਇਸ ਕਰਕੇ ਉਹਨਾਂ ਦੇ ਕੱਪੜਿਆਂ ਵਿੱਚੋਂ ਇਹ ਨਸ਼ੇ ਦੀਆਂ ਪੁੜੀਆਂ ਨਿਕਲੀਆਂ ਨੇ। ਸ਼ਾਇਦ ਮੰਮੀ ਨੇ ਉਸ ਦਿਨ ਆਪਣੇ ਮੁੰਡੇ ਨੂੰ ਬਚਾਉਣ ਲਈ ਆਪਣੇ ਸਿਰ ਗੱਲ ਲੈ ਲਈ, ਪਰ ਮੰਮੀ ਝੂਠ ਬੋਲ ਰਹੇ ਸੀ। ਇਹ ਪੁੜੀਆਂ ਉਹਨਾਂ ਦੀਆਂ ਨਹੀਂ, ਇਹ ਤਾਂ ਦਲਜੀਤ ਦੀਆਂ ਹੀ ਨੇ। ਮੈਨੂੰ ਬੜਾ ਗੁੱਸਾ ਆਇਆ ਤੇ ਮੈਂ ਮੰਮੀ ਕੋਲ ਚਲੀ ਗਈ। ਪਰ ਇਸ ਵਾਰ ਪੁੜੀਆਂ ਮੈਂ ਮੰਮੀ ਦੇ ਹੱਥ ਵਿੱਚ ਨਹੀਂ ਦਿੱਤੀਆਂ, ਮੈਂ ਆਪਣੇ ਹੱਥ ਵਿੱਚ ਰੱਖੀਆਂ ਤੇ ਮੈਂ ਕਿਹਾ, ਮੰਮੀ ਆ ਵੀ ਤੁਹਾਡੀਆਂ ਪੁੜੀਆਂ ਨੇ? ਤਾਂ ਮੰਮੀ ਮੈਨੂੰ ਕਹਿਣ ਲੱਗੀ, ਹਾਂ ਇਹ ਮੇਰੀਆਂ ਹੀ ਪੁੜੀਆਂ ਨੇ। ਤਾਂ ਮੈਂ ਕਿਹਾ, ਤੁਹਾਡੀ ਦਵਾਈ ਦੀਆਂ ਪੁੜੀਆਂ ਦਲਜੀਤ ਦੀ ਅਲਮਾਰੀ ਵਿੱਚ ਕੀ ਕਰ ਰਹੀਆਂ ਨੇ? ਤਾਂ ਮੰਮੀ ਚੁੱਪ ਕਰ ਗਈ ਤੇ ਕਹਿਣ ਲੱਗੀ, ਮੈਂ ਭੁੱਲ ਭੁਲੇਖੇ ਅਲਮਾਰੀ 'ਚ ਰੱਖ ਦਿੱਤੀਆਂ ਹੋਣਗੀਆਂ। ਤੇ ਮੈਂ ਕਿਹਾ, ਇੱਦਾਂ ਤੁਸੀਂ ਕਿਵੇਂ ਉੱਥੇ ਰੱਖ ਦਿੱਤੀਆਂ? ਤੁਸੀਂ ਮੈਨੂੰ ਝੂਠ ਬੋਲ ਰਹੇ ਹੋ। ਹੁਣ ਸੱਚ ਸਾਹਮਣੇ ਆਇਆ ਕਿ ਦਲਜੀਤ ਨਸ਼ੇ ਕਰਦਾ। ਤਾਂ ਮੰਮੀ ਮੇਰੇ ਮਗਰ ਪੈ ਗਈ, ਮੈਨੂੰ ਬੜੇ ਗੁੱਸੇ ਨਾਲ ਬੋਲਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਮੇਰੇ ਮੁੰਡੇ ਤੇ ਇਲਜ਼ਾਮ ਲਗਾਉਣੀ ਆ, ਜਦੋਂ ਮੈਂ ਤੈਨੂੰ ਕਹੀ ਜਾਨੀ ਆ ਕਿ ਪੁੜੀਆਂ ਮੇਰੀਆਂ ਨੇ ਤਾਂ ਮੇਰੀਆਂ ਹੀ ਨੇ। ਮੈਂ ਆਪਣੀ ਸੱਸ ਨੂੰ ਕਿਹਾ ਕਿ ਤੁਸੀਂ ਮੇਰੀ ਗੱਲ ਨੂੰ ਸਮਝੋ, ਇਹ ਨਸ਼ੇ ਵਾਲੀਆਂ ਪੁੜੀਆਂ ਨੇ, ਤੁਸੀਂ ਕਿਉਂ ਆਪਣੇ ਪੁੱਤ ਦਾ ਸਾਥ ਦੇ ਰਹੇ ਹੋ? ਤਾਂ ਮੇਰੀ ਸੱਸ ਕਹਿਣ ਲੱਗੀ, ਚੱਲ ਫਿਰ ਕੀ ਹੋ ਗਿਆ ਜੇ ਥੋੜਾ ਬਹੁਤਾ ਨਸ਼ਾ ਕਰ ਲੈਂਦਾ। ਮੈਂ ਹੈਰਾਨ ਰਹਿ ਗਈ ਕਿ ਉਹਨੂੰ ਆਪਣੇ ਪੁੱਤ ਦੇ ਨਸ਼ੇ ਨਾਲ ਕੋਈ ਮਤਲਬ ਨਹੀਂ। ਮੈਂ ਕਿਹਾ, ਮੰਮੀ ਲੋਕਾਂ ਦੀਆਂ ਮਾਵਾਂ ਨੂੰ ਇਹ ਹੁੰਦਾ ਕਿ ਸਾਡਾ ਪੁੱਤ ਨਸ਼ੇ ਕੋਲ ਦੀ ਲੰਘੇ ਵੀ ਨਾ, ਤੇ ਤੁਸੀਂ ਕਹਿ ਰਹੇ ਹੋ ਫਿਰ ਕੀ ਹੋ ਗਿਆ ਜੇ ਥੋੜਾ ਬਹੁਤਾ ਨਸ਼ਾ ਕਰ ਲੈਂਦਾ? ਪਰ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ। ਤਾਂ ਮੇਰੀ ਸੱਸ ਕਹਿਣ ਲੱਗੀ, ਤੇਰੀ ਕਾਹਦੀ ਜ਼ਿੰਦਗੀ ਬਰਬਾਦ ਹੋ ਗਈ? ਤੈਨੂੰ ਇੱਥੇ ਸਭ ਕੁਝ ਮਿਲਦਾ ਆ। ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ, ਕਿਉਂਕਿ ਉਹ ਆਪਣੇ ਪੁੱਤ ਨੂੰ ਕੁਝ ਕਹਿਣ ਦੀ ਬਜਾਏ ਮੈਨੂੰ ਹੀ ਲੱਗ ਗਈ ਸੀ ਕਿ ਚੱਲ ਫਿਰ ਕੀ ਹੁੰਦਾ। ਉਹ ਆਪਣੇ ਪੁੱਤ ਨੂੰ ਆਪ ਸ਼ਹਿ ਦੇ ਰਹੀ ਸੀ। ਸ਼ਾਇਦ ਇਸੇ ਕਰਕੇ ਉਹ ਅੱਜ ਨਸ਼ਿਆਂ ਵਿੱਚ ਪੈ ਗਿਆ ਸੀ। ਮੈਂ ਆਪਣੀ ਸੱਸ ਨੂੰ ਕਿਹਾ, ਜੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਤਾਂ ਤੁਹਾਨੂੰ ਆਪਣੇ ਪੁੱਤ ਨੂੰ ਰੋਕਣਾ ਚਾਹੀਦਾ ਸੀ। ਪਰ ਮੈਂ ਆਪਣੀ ਸੱਸ ਦਾ ਅੱਜ ਬਦਲਿਆ ਰੂਪ ਵੇਖਿਆ ਸੀ। ਉਹ ਤਾੜ ਮੈਨੂੰ ਜਵਾਬ ਦੇ ਰਹੀ ਸੀ, ਜਿਵੇਂ ਕਿ ਉਹ ਪਹਿਲਾਂ ਚੰਗੇ ਹੋਣ ਦਾ ਦਿਖਾਵਾ ਹੀ ਕਰ ਰਹੀ ਹੋਵੇ। ਪਰ ਹੁਣ ਮੈਂ ਕਰ ਵੀ ਕੀ ਸਕਦੀ ਸੀ? ਜਦੋਂ ਦਲਜੀਤ ਸ਼ਾਮ ਨੂੰ ਘਰ ਆਏ ਤਾਂ ਮੈਂ ਉਹਨਾਂ ਨਾਲ ਵੀ ਇਹ ਗੱਲ ਕੀਤੀ ਤਾਂ ਦਲਜੀਤ ਮੈਨੂੰ ਕਹਿਣ ਲੱਗੇ, ਤੂੰ ਤਾਂ ਯਾਰ ਮੇਰੇ ਪਿੱਛੇ ਹੀ ਪੈ ਗਈ, ਹੋਣੀ ਕਿਸੇ ਦੀ ਪੁੜੀ ਮੈਨੂੰ ਨਹੀਂ ਪਤਾ। ਮੈਂ ਉਹਨਾਂ ਕੋਲੋਂ ਇਹ ਜਵਾਬ ਲੈਣਾ ਚਾਹੁੰਦੀ ਸੀ ਕਿ ਉਹਨਾਂ ਨੇ ਤਾਂ ਕਿਹਾ ਸੀ ਕਿ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਤੇ ਕੋਈ ਸ਼ਰਾਬ ਵੀ ਨਹੀਂ ਪੀਂਦਾ, ਪਰ ਤੁਸੀਂ ਤਾਂ ਨਸ਼ੇ ਕਰਦੇ ਹੋ। ਮੇਰੀ ਗੱਲ ਸੁਣ ਕੇ ਦਲਜੀਤ ਮੇਰੇ ਵੱਲ ਬੜਾ ਔਖਾ ਵੇਖ ਰਿਹਾ ਸੀ ਤੇ ਮੈਨੂੰ ਕਹਿ ਰਿਹਾ ਸੀ ਕਿ ਤੈਨੂੰ ਪਤਾ ਕਿ ਤੂੰ ਕੀ ਬੋਲ ਰਹੀ ਆ? ਉਹ ਮੇਰੇ ਸਾਹਮਣੇ ਐਦਾਂ ਸੱਚਾ ਬਣ ਰਿਹਾ ਸੀ ਕਿ ਜਿਵੇਂ ਮੈਨੂੰ ਕੁਝ ਪਤਾ ਹੀ ਨਾ ਹੋਵੇ, ਜਾਂ ਫਿਰ ਮੈਂ ਉਹਦੀਆਂ ਗੱਲਾਂ ਵਿੱਚ ਆ ਜਾਊਂਗੀ। ਪਰ ਮੈਂ ਆਪਣੇ ਅੱਖੀ ਇੱਕ ਨਹੀਂ 2 ਵਾਰ ਨਸ਼ੇ ਦੀਆਂ ਪੁੜੀਆਂ ਵੇਖੀਆਂ ਸੀ।
ਹੁਣ ਮੈਂ ਉਹਨਾਂ ਤੇ ਹੋਰ ਗਹਿਰੀ ਨਜ਼ਰ ਰੱਖਦੀ ਸੀ। ਹੌਲੀ-ਹੌਲੀ ਉਹ ਸ਼ਰੇਆਮ ਨਸ਼ੇ ਕਰਨ ਲੱਗ ਪਿਆ ਸੀ। ਮੈਂ ਉਹਨੂੰ ਬੜਾ ਸਮਝਾਉਂਦੀ ਸੀ ਪਰ ਉਹ ਨਹੀਂ ਸਮਝਦਾ ਸੀ। ਇੱਕ ਦਿਨ ਤਾਂ ਮੈਂ ਉਹਨਾਂ ਨੂੰ ਮਾਂ ਪੁੱਤਾਂ ਨੂੰ ਦੋਵਾਂ ਨੂੰ ਗੱਲਾਂ ਕਰਦੇ ਹੋਏ ਸੁਣਿਆ ਸੀ। ਮੇਰੀ ਸੱਸ ਮੇਰੇ ਘਰ ਵਾਲੇ ਨੂੰ ਕਹਿ ਰਹੀ ਸੀ ਕਿ ਜੇ ਮੈਂ ਅਮਰੀਕਾ ਦਾ ਝੂਠ ਨਾ ਬੋਲਦੀ ਤਾਂ ਤੇਰਾ ਰਿਸ਼ਤਾ ਕਿੱਥੋਂ ਸਿਰੇ ਚੜ੍ਹਨਾ ਸੀ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ, ਕਿਉਂਕਿ ਮੇਰੀ ਸੱਸ ਨੂੰ ਤਾਂ ਸਿਰਫ ਆਪਣੇ ਪੁੱਤ ਨੂੰ ਵਿਆਹੁਣ ਤੱਕ ਮਤਲਬ ਸੀ। ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਹੋ ਗਈ, ਇਸ ਗੱਲ ਨਾਲ ਉਹਨੂੰ ਕੋਈ ਮਤਲਬ ਨਹੀਂ ਸੀ ਤੇ ਨਾ ਹੀ ਉਹਨੂੰ ਕੋਈ ਪਛਤਾਵਾ ਸੀ। ਮੈਨੂੰ ਸ਼ਰੇਆਮ ਹੀ ਕਹਿ ਦਿੰਦੀ ਸੀ ਕਿ ਚੱਲ ਜੇ ਥੋੜਾ ਬਹੁਤ ਬੰਦਾ ਨਸ਼ਾ ਕਰ ਵੀ ਲੈਂਦਾ ਤਾਂ ਕਿੰਨੀ ਕੁ ਵੱਡੀ ਗੱਲ ਆ। ਮੇਰੀ ਸੱਸ ਆਪ ਹੀ ਆਪਣੇ ਪੁੱਤ ਨੂੰ ਬੜੀ ਸਪੋਰਟ ਕਰਦੀ ਸੀ। ਅਜੇ ਤੱਕ ਮੈਂ ਇਹ ਗੱਲ ਆਪਣੇ ਪੇਕੇ ਨਹੀਂ ਦੱਸੀ ਸੀ, ਕਿਉਂਕਿ ਮੈਂ ਆਪਣੀ ਮੰਮੀ ਪਾਪਾ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਪਰ ਮੈਂ ਵੀ ਕਿੰਨਾ ਕੁ ਟਾਈਮ ਇਸ ਗੱਲ ਤੇ ਪਰਦਾ ਪਾ ਕੇ ਰੱਖਦੀ। ਇੱਕ ਨਾ ਇੱਕ ਦਿਨ ਤਾਂ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਲੱਗਣਾ ਹੀ ਸੀ। ਇੱਕ ਦਿਨ ਜਦੋਂ ਸਾਡੇ ਘਰ ਬਹੁਤ ਕਲੇਸ਼ ਪਿਆ ਸੀ, ਉਹ ਵੀ ਨਸ਼ੇ ਕਰਕੇ, ਉਸ ਦਿਨ ਮੇਰੀ ਭੈਣ ਤੇ ਜੀਜੂ ਸਾਡੇ ਘਰ ਆਏ, ਜਦ ਕਿ ਉਹਨਾਂ ਨੂੰ ਵੀ ਕਿਸੇ ਗੱਲ ਦਾ ਨਹੀਂ ਪਤਾ ਸੀ। ਉਹ ਤਾਂ ਵੈਸੇ ਹੀ ਲੰਘਦੇ ਹੋਏ ਸਾਡੇ ਕੋਲ ਆ ਗਏ ਤੇ ਮੈਂ ਉਹਨਾਂ ਕੋਲ ਬਹੁਤ ਜ਼ਿਆਦਾ ਰੋਈ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਹੌਲੀ-ਹੌਲੀ ਮੈਨੂੰ ਪਤਾ ਲੱਗਾ ਕਿ ਇਹਨਾਂ ਕੋਲ ਤਾਂ ਜ਼ਮੀਨ ਵੀ ਬਹੁਤ ਘੱਟ ਆ, ਇਹ ਤਾਂ ਸਾਰੀ ਜ਼ਮੀਨ ਨਸ਼ੇ 'ਚ ਵੇਚ ਚੁੱਕੇ ਆ। ਮੈਂ ਆਪਣੀ ਭੈਣ ਤੇ ਜੀਜੂ ਨੂੰ ਸਾਰੀ ਗੱਲ ਦੱਸੀ। ਉਹ ਤਾਂ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ, ਕਿਉਂਕਿ ਉਹਨਾਂ ਨੂੰ ਪਹਿਲਾਂ ਕਿਸੇ ਗੱਲ ਦਾ ਨਹੀਂ ਪਤਾ ਸੀ। ਜੀਜੂ ਮੈਨੂੰ ਕਹਿਣ ਲੱਗੇ ਕਿ ਤੂੰ ਚੁੱਪ ਕਰ ਜਾ ਤੇ ਅਸੀਂ ਪਿੰਡ ਜਾ ਕੇ ਮੰਮੀ ਪਾਪਾ ਨਾਲ ਗੱਲ ਕਰਾਂਗੇ, ਫੇਰ ਇਸ ਗੱਲ ਦਾ ਕੋਈ ਹੱਲ ਕਰਦੇ ਆ। ਹੁਣ ਅਸੀਂ ਇਸ ਤਰ੍ਹਾਂ ਇਹਨਾਂ ਨਾਲ ਗੱਲ ਕਰਾਂਗੇ ਤਾਂ ਇਹਨਾਂ ਨੇ ਕੁਝ ਨਹੀਂ ਮੰਨਣਾ। ਮੰਮੀ ਪਾਪਾ ਨੂੰ ਨਾਲ ਲੈ ਕੇ ਆਵਾਂਗੇ। ਅਗਲੇ ਦਿਨ ਭੈਣ ਹੁਣੀ ਤੇ ਮੰਮੀ ਪਾਪਾ ਸਾਡੇ ਘਰ ਆਏ ਤੇ ਇੱਥੇ ਮੇਰੀ ਸੱਸ ਨਾਲ ਮੇਰੇ ਮੰਮੀ ਡੈਡੀ ਤੇ ਭੈਣ ਜੀਜੂ ਦੀ ਬੜੀ ਬਹਿਸ ਹੋਈ। ਦਲਜੀਤ ਨੂੰ ਵੀ ਕਾਫੀ ਸਮਝਾਇਆ ਤੇ ਉਹ ਕਹਿਣ ਲੱਗਾ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਨਸ਼ੇ ਨੂੰ ਹੱਥ ਨਹੀਂ ਲਗਾਊਂਗਾ। ਪਰ ਮੈਨੂੰ ਪਤਾ ਸੀ ਉਹ ਹਰ ਵਾਰ ਮੈਨੂੰ ਇਦਾਂ ਹੀ ਕਹਿ ਦਿੰਦਾ ਸੀ, ਪਰ ਉਹ ਕਦੇ ਵੀ ਗੱਲ ਤੇ ਅਸਰ ਨਹੀਂ ਕਰਦਾ ਸੀ। ਮੰਮੀ ਪਾਪਾ ਕਹਿਣ ਲੱਗੇ ਕਿ ਚੱਲ ਤੂੰ ਸਾਡੇ ਨਾਲ ਚੱਲ, ਇੰਨੇ ਨਹੀਂ ਸੁਧਰਨਾ। ਮੰਮੀ ਪਾਪਾ ਮੈਨੂੰ ਆਪਣੇ ਨਾਲ ਪੇਕੇ ਘਰ ਲੈ ਗਏ। ਦਲਜੀਤ ਬੜੀਆਂ ਮਿੰਨਤਾਂ ਕਰ ਰਿਹਾ ਸੀ, ਪਰ ਮੇਰੀ ਸੱਸ ਦੀ ਆਕੜ ਨਹੀਂ ਸੀ ਮਾਣ। ਉਹਨੇ ਮੈਨੂੰ ਬਿਲਕੁਲ ਵੀ ਨਹੀਂ ਕਿਹਾ ਕਿ ਤੂੰ ਨਾ ਜਾ। ਫਿਰ ਮੈਂ ਵੀ ਗੁੱਸੇ 'ਚ ਉਹਨਾਂ ਨਾਲ ਆਪਣੇ ਪੇਕੇ ਚਲੀ ਗਈ। ਹੁਣ ਉੱਥੇ ਵੀ ਕਿੰਨਾ ਕੁ ਟਾਈਮ ਰਹਿਣਾ ਸੀ। 2 ਮਹੀਨਿਆਂ ਬਾਅਦ ਮੈਨੂੰ ਦਲਜੀਤ ਮਿੰਨਤਾਂ ਕਰਕੇ ਲੈ ਆਇਆ ਸੀ ਤੇ ਮੰਮੀ ਪਾਪਾ ਵੀ ਕਹਿਣ ਲੱਗੇ ਕਿ ਚੱਲ ਇਹਨੂੰ ਇੱਕ ਮੌਕਾ ਦੇ ਕੇ ਵੇਖ ਲੈਂਦੇ ਆ, ਹੋ ਸਕਦਾ ਇਹ ਸੁਧਰ ਜਾਵੇ। ਹੁਣ ਮੈਂ ਆਪਣੇ ਸਹੁਰੇ ਘਰ ਆ ਗਈ ਸੀ। ਉੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਜੋ ਜ਼ਮੀਨ ਰਹਿੰਦੀ ਸੀ ਉਹ ਵੀ ਵੇਚ ਦਿੱਤੀ ਸੀ ਤੇ ਹੁਣ ਉਹਨਾਂ ਕੋਲੇ ਕੁਝ ਵੀ ਨਹੀਂ ਬਚਿਆ ਸੀ। ਇਹ ਗੱਲ ਮੈਨੂੰ ਉਹਨਾਂ ਦੇ ਗਵਾਂਢ ਵਿੱਚੋਂ ਕਿਸੇ ਨੇ ਦੱਸੀ ਸੀ। ਜਦੋਂ ਇਹ ਗੱਲ ਮੈਂ ਆਪਣੀ ਸੱਸ ਤੇ ਦਲਜੀਤ ਨੂੰ ਪੁੱਛੀ ਤਾਂ ਉਹ ਕਹਿਣ ਲੱਗੇ ਕਿ ਨਸ਼ੇ ਕਰਕੇ ਜੋ ਪੈਸੇ ਸਿਰ ਚੜੇ ਸੀ ਉਹ ਲਾਉਣ ਲਈ ਅਸੀਂ ਜ਼ਮੀਨ ਵੇਚੀ ਆ। ਤੇ ਮੇਰੀ ਸੱਸ ਵੀ ਇਹ ਗੱਲ ਬੜੇ ਦਾਅਵੇ ਨਾਲ ਕਹਿ ਰਹੀ ਸੀ ਕਿ ਹੁਣ ਦਲਜੀਤ ਬਿਲਕੁਲ ਨਸ਼ੇ ਨਹੀਂ ਕਰਦਾ, ਪਰ ਮੈਂ ਫਿਰ ਵੀ ਉਹਨੂੰ ਕਈ ਵਾਰ ਕੁਝ ਨਾ ਕੁਝ ਖਾਂਦੇ ਹੋਏ ਫੜ ਲਿਆ ਸੀ। ਹੁਣ ਮੈਂ ਇੱਥੇ ਹੀ ਆਪਣੀ ਕਿਸਮਤ ਸਮਝ ਕੇ ਰਹਿ ਪਈ ਸੀ। ਜਦ ਮੇਰੇ ਘਰ ਦੇ ਮੈਨੂੰ ਪੁੱਛਦੇ ਸੀ ਤਾਂ ਮੈਂ ਕਹਿ ਦਿੰਦੀ ਸੀ ਕਿ ਨਹੀਂ ਹੁਣ ਤਾਂ ਸੁਧਰਿਆ ਹੋਇਆ, ਪਰ ਸੁਧਰਨ ਵਾਲਾ ਉਹ ਕਿੱਥੇ ਸੀ। ਉਹ ਮੈਥੋਂ ਚੋਰੀ-ਚੋਰੀ ਨਸ਼ੇ ਪੱਤੇ ਖਾਂਦਾ ਰਹਿੰਦਾ ਸੀ। ਹੁਣ ਘਰ ਵਿੱਚ ਇੰਨੀ ਗਰੀਬੀ ਆ ਗਈ ਸੀ ਕਿ ਗੁਜ਼ਾਰਾ ਮਸਾਂ ਹੁੰਦਾ ਸੀ। ਮੇਰੀ ਭੈਣ ਤੇ ਜੀਜਾ ਮੇਰੀ ਬੜੀ ਮਦਦ ਕਰਦੇ ਸੀ। ਉਹ ਸਾਨੂੰ ਸੌਦਾ ਪੱਤਾ ਲਿਆ ਕੇ ਦਿੰਦੇ ਸੀ। ਕਈ ਵਾਰ ਉਹ ਮੈਨੂੰ ਆਪਣੇ ਨਾਲ ਆਪਣੇ ਪਿੰਡ ਵੀ ਲੈ ਜਾਂਦੇ ਸੀ। ਕੱਲੇ ਉਹਨਾਂ ਨੂੰ ਪਤਾ ਸੀ ਕਿ ਦਲਜੀਤ ਅਜੇ ਤੱਕ ਨਸ਼ੇ ਕਰਦਾ। ਦਲਜੀਤ ਨੂੰ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹ ਬਸ ਨਸ਼ੇ 'ਚ ਡੁੱਬਿਆ ਰਹਿੰਦਾ ਸੀ। ਇਹ ਗੱਲ ਮੈਂ ਮੰਮੀ ਡੈਡੀ ਨੂੰ ਦੱਸ ਕੇ ਉਹਨਾਂ ਨੂੰ ਫਿਕਰ ਵਿੱਚ ਨਹੀਂ ਪਾਉਣਾ ਚਾਹੁੰਦੀ ਸੀ। ਮੈਂ ਆਪਣੀ ਭੈਣ ਕੋਲ ਰਹਿਣ ਗਈ ਹੋਈ ਸੀ। ਮੇਰੀ ਭੈਣ ਮੈਨੂੰ ਕਹਿਣ ਲੱਗੀ ਤੂੰ ਆਪਣੇ ਜੀਜੇ ਨਾਲ ਸ਼ਹਿਰ ਜਾ ਕੇ ਕੱਪੜੇ ਲੈ ਆ। ਉਸ ਦਿਨ ਮੇਰੀ ਭੈਣ ਦੀ ਤਬੀਅਤ ਠੀਕ ਨਹੀਂ ਸੀ। ਮੈਂ ਤੇ ਜੀਜਾ ਜਦੋਂ ਸ਼ਹਿਰ ਚਲੇ ਗਏ ਤਾਂ ਜੀਜੇ ਨੇ ਮੈਨੂੰ ਕਾਫੀ ਸਾਰੇ ਮਹਿੰਗੇ ਕੱਪੜੇ ਲੈ ਕੇ ਦਿੱਤੇ। ਮੈਂ ਉਹਨਾਂ ਦਾ ਇਹ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੀ ਸੀ, ਪਰ ਜੋ ਗੱਲ ਮੈਂ ਸੋਚੀ ਨਹੀਂ ਸੀ ਜੀਜੇ ਨੇ ਉਹ ਕਰ ਦਿੱਤੀ। ਉਹ ਮੈਨੂੰ ਖਾਣਾ ਖਾਣ ਲਈ ਇੱਕ ਰੈਸਟੋਰੈਂਟ ਵਿੱਚ ਲੈ ਗਿਆ। ਜਦੋਂ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸੀ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਚੱਲ ਉੱਪਰ ਤੈਨੂੰ ਕੁਝ ਖਵਾ ਕੇ ਲੈ ਕੇ ਆਵਾਂ। ਜਦੋਂ ਉੱਪਰ ਚਲੇ ਗਏ ਤਾਂ ਉੱਥੇ ਇੱਕ ਰੂਮ ਸੀ। ਜੀਜਾ ਮੈਨੂੰ ਰੂਮ ਵਿੱਚ ਲੈ ਗਿਆ, ਪਰ ਉਸ ਰੂਮ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਜੋ ਦੇਖਣ ਯੋਗ ਹੋਵੇ। ਮੈਂ ਜੀਜੇ ਨੂੰ ਪੁੱਛਿਆ ਕਿ ਇੱਥੇ ਕੀ ਆ, ਤਾਂ ਜੀਜਾ ਮੈਨੂੰ ਕਹਿਣ ਲੱਗਾ ਕਿ ਬੈੱਡ ਤੇ ਬੈਠ, ਮੈਂ ਤੈਨੂੰ ਕੁਝ ਵਿਖਾਉਣਾ ਆ। ਜੀਜਾ ਮੇਰੇ ਨਾਲ ਗਲਤ ਰਿਸ਼ਤਾ ਬਣਾਉਣ ਨੂੰ ਫਿਰਦਾ ਸੀ। ਉਹ ਮੈਨੂੰ ਟੱਚ ਕਰਨ ਲੱਗਾ ਤਾਂ ਮੈਂ ਉੱਠ ਕੇ ਪਰੇ ਹੋ ਗਈ ਤੇ ਮੈਂ ਕਿਹਾ ਕਿ ਇਹ ਤੁਸੀਂ ਕੀ ਕਰ ਰਹੇ ਹੋ। ਤਾਂ ਜੀਜਾ ਕਹਿਣ ਲੱਗਾ ਦੇਖ ਮੈਂ ਤੇਰੇ ਲਈ ਇੰਨਾ ਕੁਝ ਕਰਦਾ ਆ,
ਹੁਣ ਤੇਰਾ ਵੀ ਫਰਜ਼ ਬਣਦਾ ਕਿ ਤੂੰ ਵੀ ਮੇਰੇ ਲਈ ਕੁਝ ਕਰੇ। ਤੂੰ ਇੰਨੀ ਸੋਹਣੀ ਸੁਨੱਖੀ ਆ ਤੇ ਤੇਰੀ ਜਵਾਨੀ ਤਾਂ ਬੇਕਾਰ ਹੋ ਗਈ ਆ ਕਿਉਂਕਿ ਤੂੰ ਨਸ਼ੇ ਵਾਲੇ ਬੰਦੇ ਦੇ ਵੱਸ ਪੈ ਗਈ ਆ। ਉਹ ਤੈਨੂੰ ਉਹ ਖੁਸ਼ੀ ਨਹੀਂ ਦੇ ਪਾਉਂਦਾ ਜੋ ਮੈਂ ਦੇ ਪਾਉਂਗਾ। ਉਹਦੀਆਂ ਗੱਲਾਂ ਸੁਣ ਕੇ ਮੇਰੇ ਅੱਖਾਂ 'ਚ ਹੰਝੂ ਆ ਗਏ। ਮੈਂ ਜਲਦੀ ਉਸ ਕਮਰੇ 'ਚੋਂ ਬਾਹਰ ਨਿਕਲੀ ਤੇ ਮੈਂ ਗੱਡੀ 'ਚ ਆ ਕੇ ਬੈਠ ਗਈ। ਜਦੋਂ ਮੈਂ ਗੱਡੀ ਵਿੱਚ ਆ ਕੇ ਬੈਠ ਗਈ ਤਾਂ ਜੀਜਾ ਬੜਾ ਗੁੱਸੇ 'ਚ ਮੇਰੇ ਪਿੱਛੇ ਆਇਆ ਤੇ ਮੈਨੂੰ ਕਹਿਣ ਲੱਗਾ, ਤੂੰ ਚੰਗਾ ਨਹੀਂ ਕੀਤਾ ਜੋ ਮੈਨੂੰ ਠੁਕਰਾ ਦਿੱਤਾ। ਮੈਂ ਤੇਰੀ ਜ਼ਿੰਦਗੀ ਸਵਰਗ ਬਣਾ ਦੇਣੀ ਸੀ। ਤਾਂ ਮੈਂ ਜੀਜੇ ਨੂੰ ਕਿਹਾ ਕਿ ਇਹੋ ਜਿਹੇ ਸਵਰਗ ਦੀ ਮੈਨੂੰ ਲੋੜ ਨਹੀਂ, ਜੋ ਮੇਰੀ ਕਿਸਮਤ 'ਚ ਲਿਖਿਆ ਸੀ ਹੋਣਾ ਉਹੀ ਆ। ਤੁਸੀਂ ਮੇਰਾ ਨਜਾਇਜ਼ ਫਾਇਦਾ ਚੁੱਕ ਰਹੇ ਹੋ। ਪਰ ਮੈਂ ਤੁਹਾਨੂੰ ਆਪਣਾ ਭਰਾ ਮੰਨਦੀ ਸੀ। ਤੁਸੀਂ ਅੱਜ ਸਾਬਿਤ ਕਰ ਦਿੱਤਾ ਕਿ ਜੀਜਾ ਹੀ ਹੁੰਦਾ। ਜੀਜਾ ਕਦੇ ਆਪਣਾ ਭਰਾ ਨਹੀਂ ਬਣ ਸਕਦਾ। ਹੁਣ ਇਹ ਗੱਲ ਮੈਂ ਆਪਣੀ ਭੈਣ ਨੂੰ ਵੀ ਨਹੀਂ ਦੱਸ ਸਕਦੀ ਸੀ, ਪਰ ਮੇਰਾ ਮਨ ਬੜਾ ਦੁਖੀ ਹੋਇਆ ਕਿਉਂਕਿ ਮੈਨੂੰ ਸਿਰਫ ਇੱਕੋ ਇੱਕ ਸਹਾਰਾ ਦਿਖਦਾ ਸੀ ਜੋ ਮੇਰੀ ਭੈਣ ਤੇ ਜੀਜਾ ਸੀ। ਪਰ ਜੀਜੇ ਨੇ ਵੀ ਆਪਣੀ ਔਕਾਤ ਦਿਖਾਈ ਦਿੱਤੀ ਸੀ। ਜੀਜਾ ਰਾਹ ਵਿੱਚ ਆਉਂਦੇ ਹੋਏ ਵੀ ਮੈਨੂੰ ਕਹੀ ਜਾ ਰਿਹਾ ਸੀ ਕਿ ਹੁਣ ਵੀ ਸੋਚ ਲੈ, ਜੇ ਤੂੰ ਮੇਰੇ ਨਾਲ ਰਿਸ਼ਤਾ ਬਣਾ ਲਵੇਂਗੀ ਤਾਂ ਮੈਂ ਤੇਰੀ ਜ਼ਿੰਦਗੀ ਸਵਰਗ ਬਣਾ ਦੂੰਗਾ। ਮੈਂ ਤੈਨੂੰ ਹਮੇਸ਼ਾ ਲਈ ਉਸ ਨਰਕ ਵਿੱਚੋਂ ਕੱਢ ਕੇ ਲਿਆਉਂਗਾ ਤੇ ਆਪਣੇ ਘਰ ਵਿੱਚ ਰੱਖ ਲੂੰਗਾ। ਪਰ ਮੈਂ ਐਦਾਂ ਦੀ ਕੁੜੀ ਨਹੀਂ ਸੀ। ਮੈਂ ਤਾਂ ਕਦੇ ਆਪਣੇ ਜੀਜੇ ਬਾਰੇ ਇਦਾਂ ਦਾ ਕੋਈ ਸੋਚਿਆ ਵੀ ਨਹੀਂ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਮੇਰੀ ਭੈਣ ਬੜੀ ਖੁਸ਼ ਸੀ। ਮੈਂ ਵੀ ਉਹਦੇ ਸਾਹਮਣੇ ਖੁਸ਼ ਹੋਣ ਦੇ ਦਿਖਾਵੇ ਕਰ ਰਹੀ ਸੀ। ਮੈਂ ਆਪਣੀ ਭੈਣ ਨੂੰ ਕੁਝ ਨਾ ਦੱਸਿਆ ਤੇ ਮੈਂ ਆਪਣੀ ਭੈਣ ਨੂੰ ਕਿਹਾ ਕਿ ਮੈਂ ਜਲਦੀ ਆਪਣੇ ਪਿੰਡ ਜਾਣਾ। ਤਾਂ ਉਹ ਕਹਿਣ ਲੱਗੀ ਕਿ ਅੱਜ ਦਾ ਦਿਨ ਤੂੰ ਇੱਥੇ ਰਹਿ ਲਾ। ਪਰ ਮੈਂ ਉੱਥੇ 1 ਮਿੰਟ ਵੀ ਨਹੀਂ ਰਹਿਣਾ ਚਾਹੁੰਦੀ ਸੀ। ਮੇਰਾ ਤਾਂ ਉਹਨਾਂ ਦੇ ਦਿੱਤੇ ਕੱਪੜੇ ਵੀ ਲਿਜਾਣ ਨੂੰ ਦਿਲ ਨਹੀਂ ਕਰਦਾ ਸੀ। ਪਰ ਜੇ ਮੈਂ ਕੱਪੜੇ ਨਾ ਲੈ ਕੇ ਜਾਂਦੀ ਤਾਂ ਮੇਰੀ ਭੈਣ ਨੂੰ ਸਭ ਕੁਝ ਪਤਾ ਲੱਗ ਜਾਣਾ ਸੀ। ਪਰ ਇੱਕ ਗੱਲ ਦੀ ਮੈਨੂੰ ਸਮਝ ਆ ਗਈ ਸੀ ਕਿ ਕੋਈ ਬਿਨਾਂ ਮਤਲਬ ਤੋਂ ਕਿਸੇ ਦੀ ਮਦਦ ਨਹੀਂ ਕਰਦਾ। ਬਦਲੇ ਵਿੱਚ ਅਗਲਾ ਜ਼ਰੂਰ ਕੁਝ ਨਾ ਕੁਝ ਭਾਲਦਾ। ਉਸ ਦਿਨ ਤੋਂ ਬਾਅਦ ਮੁੜ ਕੇ ਮੈਂ ਕਦੇ ਵੀ ਆਪਣੀ ਭੈਣ ਦੇ ਘਰ ਨਹੀਂ ਗਈ ਸੀ। ਜਦੋਂ ਵੀ ਮੇਰੀ ਭੈਣ ਮੈਨੂੰ ਬੁਲਾਉਂਦੀ ਸੀ ਤਾਂ ਮੈਂ ਕੋਈ ਬਹਾਨਾ ਲਾ ਦਿੰਦੀ ਸੀ ਕਿ ਮੇਰਾ ਘਰਵਾਲਾ ਮੇਰੇ ਨਾਲ ਲੜਦਾ। ਪਰ ਉਹਨੂੰ ਕੀ ਦੱਸਦੀ ਇਹ ਜੋ ਹਰਕਤ ਉਹਦੇ ਘਰ ਵਾਲੇ ਨੇ ਮੇਰੇ ਨਾਲ ਕੀਤੀ ਆ, ਉਹ ਸੁਣ ਕੇ ਉਹਦੀ ਜ਼ਿੰਦਗੀ ਬਰਬਾਦ ਹੋ ਜਾਣੀ ਆ। ਮੈਂ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਮੈਂ ਬਸ ਜੋ ਮੇਰੀ ਜ਼ਿੰਦਗੀ 'ਚ ਲਿਖਿਆ ਸੀ ਉਹਨੂੰ ਆਪਣੀ ਕਿਸਮਤ ਸਮਝ ਕੇ ਆਪਣੀ ਜ਼ਿੰਦਗੀ ਕੱਟ ਰਹੀ ਆ। ਜਿੰਨਾ ਸਾਡੇ ਕੋਲ ਹੈਗਾ ਮੈਂ ਉਨੇ ਵਿੱਚ ਹੀ ਖੁਸ਼ ਆ ਕਿਉਂਕਿ ਮੈਂ ਇਸੇ ਨੂੰ ਆਪਣੀ ਕਿਸਮਤ ਮੰਨ ਲਿਆ। ਤਾਂ ਇਹ ਸੀ ਅੱਜ ਦੀ ਸਟੋਰੀ। ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਣਾ। ਹੋਰ ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ।